जी आया नूं जी। वाहिगुरू जी का खालसा वाहिगुरू जी की फतेह। समूह संगतां ने फतेह प्रवान करनी। ਜਿਹੜੇ ਖਾਲਸਾ ਏਡ ਦੇ ਰਵੀ ਸਿੰਘ ਆ ਉਹਨਾਂ ਨੂੰ ਅੱਤਵਾਦੀ ਕਹਿ ਦੇਣਾ, ਠੀਕ ਹੈ ਜੀ, ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿ ਦੇਣਾ, ਇਹ ਆਖਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕੋਈ ਹੱਕ ਸੱਚ ਮੰਗਦਾ ਉਦੋਂ ਤੁਸੀਂ ਅੱਤਵਾਦੀ ਕਹਿ ਕੇ ਤੇ ਵੱਖਵਾਦੀ ਕਹਿ ਕੇ ਠੱਪਾ ਲਾ ਦਿੰਦੇ ਹੋ। ਦੂਜੀ ਰਹੀ ਖਾਲਸਾ ਏਡ ਦੀ ਬੜੀ ਮਹਾਨ ਸੇਵਾ, ਔਰ ਤੀਸਰੀ ਰਹੀ ਖਾਲਿਸਤਾਨ ਦੇ ਮੁੱਦੇ ਦੀ ਗੱਲ। ਮੇਰਾ ਖਿਆਲ ਹੈ ਵੀ ਅਸੀਂ ਅੱਜ ਤੱਕ ਦੁਨੀਆ ਨੂੰ ਇਹ ਦੱਸ ਹੀ ਨਹੀਂ ਸਕੇ, ਸਮਝਾ ਹੀ ਨਹੀਂ ਸਕੇ ਵੀ ਖਾਲਿਸਤਾਨੀ ਕੌਣ ਹੁੰਦਾ ਹੈ। ਖਾਲਿਸਤਾਨੀ ਦਾ ਮਤਲਬ ਕੀ ਹੈ? ਖਿਮਾ ਕਰਿਓ, ਮੈਨੂੰ ਲੱਗਦਾ ਵੀ ਇਹ ਲੀਡਰਾਂ ਨੇ ਤਾਂ ਇਹ ਸਮਝ ਲਿਆ ਵੀ ਇਹ ਜਿਹੜੇ ਲੋਕ ਹੈ ਨਾ, ਇਹ ਜਨਤਾ, ਇਹ ਤਾਂ ਕੀੜੇ ਮਕੌੜੇ ਆ। ਬਿਲਕੁਲ ਇਹਨਾਂ ਲਈ ਮੈਨੂੰ ਲੱਗਦਾ ਵੀ ਕੀੜੇ ਮਕੌੜੇ ਆ। ਜੇ ਕਿਸੇ ਦੀ ਜਾਨ ਜਾ ਰਹੀ ਹੈ, ਜੇ ਕੋਈ ਔਖਾ ਆ, ਇਹਨਾਂ ਲਈ ਇਹ ਵੀ ਕੀੜੇ ਮਰਦੇ ਆ। ਉਹਦੇ ਮੰਦਰ ਤੁਸੀਂ ਢਾਹ ਰਹੇ ਹੋ, ਇੱਕ ਪਾਸੇ ਤੁਸੀਂ ਪੱਥਰ ਦੇ ਨੀਹਾਂ ਰੱਖ ਰਹੇ ਹੋ, ਠੀਕ ਹੈ, ਸੰਗਮਰਮਰ ਲਾ ਰਹੇ ਹੋ ਉਸੇ ਰਾਮ ਭਗਵਾਨ ਦੀ ਖੁਸ਼ੀ ਲੈਣ ਲਈ। ਤੇ ਜਿਹੜਾ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਜਿਹੜਾ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕੋਈ ਹੈ ਰਾਮ ਤੋਂ ਬਗੈਰ? ਇੱਥੇ ਤੁਸੀਂ ਹੋ, ਮੈਂ ਹੈ, ਕੋਈ ਜੀਵ ਜੰਤੂ ਹੈ, ਇਹ ਧਰਤ ਆਕਾਸ਼ ਪਤਾਲ ਖੰਡ ਬ੍ਰਹਿਮੰਡ ਹੈ ਭਗਵਾਨ ਤੋਂ ਬਗੈਰ ਇੱਥੇ ਕੁਛ? ਸਭ ਉਹੀ ਤਾਂ ਹੈ, ਬਲਿਹਾਰੀ ਕੁਦਰਤ ਵਸਿਆ। ਛਣਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਰਵਿੰਦਰ ਸਿੰਘ ਜੀ ਜੋਨੀ ਜੀ, ਜਿਨ੍ਹਾਂ ਨਾਲ ਅੱਜ ਅਸੀਂ ਇਹਨਾਂ ਦੇ ਕੋਲ ਮੁਲਾਕਾਤ ਕਰਨ ਆਏ ਹਾਂ। ਕੁਛ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਨੇ, ਉਹ ਕੁਛ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਨੇ ਤੁਹਾਡੇ ਨਾਲ, ਜਿਵੇਂ ਕਿ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ, ਤੇ ਉਸ ਦੇ ਬਾਬਤ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਉਹ ਕਿਸਾਨ ਅੰਦੋਲਨ ਨੂੰ ਕਿਸ ਨਜ਼ਰ ਨਾਲ ਦੇਖਦੇ ਆ। ਤੇ ਸਭ ਤੋਂ ਪਹਿਲਾਂ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਇੰਨਾ ਸਾਡੇ ਲਈ ਤੁਸੀਂ ਦਿੱਤਾ ਜੀ। ਅਸੀਂ ਤੁਹਾਡੇ ਕੋਲ ਤੁਹਾਡੇ ਦਰਸ਼ਨ ਕਰਨੇ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੇ ਫਤਿਹ ਪ੍ਰਵਾਨ ਕਰਨੀ ਜੀ। ਬਾਬਾ ਜੀ ਮੇਰਾ ਨਾ ਇੱਕ ਨਿੱਜੀ ਸਵਾਲ ਆ, ਇਨਸਾਨੀਅਤ ਵੱਡੀ ਆ ਜਾਂ ਧਰਮ ਵੱਡਾ ਆ? ਕਿਉਂਕਿ ਇਹ ਸਵਾਲ ਬਹੁਤ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦਾ ਆ, ਪਰ ਉਹ ਕੋਈ ਪੁੱਛਣ ਲੱਗੇ ਵੀ ਕੋਈ ਜੱਕ ਜੇ ਜਾਂਦੇ ਵੀ ਹਾਂ ਵੀ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਜਾਂ ਕਿਵੇਂ ਆ ਕਿ ਸਾਡੇ ਸਭ ਤੋਂ ਪਹਿਲਾਂ ਧਰਮ ਅਸੀਂ ਨੂੰ ਮੰਨਣਾ ਜ਼ਰੂਰੀ ਹੈ ਜਾਂ ਇਨਸਾਨੀਅਤ ਮੰਨਣੀ ਜ਼ਰੂਰੀ ਹੈ? ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਜਦੋਂ ਜੀਵ ਪੈਦਾ ਹੁੰਦਾ ਹੈ ਨਾ, ਉਸ ਵੇਲੇ ਉਹਦਾ ਕੋਈ ਧਰਮ ਨਹੀਂ ਹੁੰਦਾ, ਕੋਈ ਧਰਮ ਨਹੀਂ ਹੁੰਦਾ ਉਹਦਾ। ਜਿਹੋ ਜਿਹੀ ਸੰਗਤ ਵਿੱਚ, ਜਿਹੋ ਜਿਹੇ ਸੰਸਕਾਰਾਂ ਦੇ ਵਿੱਚ, ਜਿਹੋ ਜਿਹੇ ਮਾਤਾ ਪਿਤਾ ਦੇ ਵਿੱਚ ਜੀਵ ਪਲਦਾ ਹੈ, ਰਹਿੰਦਾ ਹੈ, ਉਹਨੂੰ ਉਹੋ ਜਿਹੇ ਧਰਮ ਦਾ ਨਾਮ ਦਿੱਤਾ ਜਾਂਦਾ ਹੈ। ਹੁਣ ਇੱਥੇ ਸਵਾਲ ਹੈ ਵੀ ਇਨਸਾਨੀਅਤ ਵੱਡੀ ਕਿ ਧਰਮ ਵੱਡਾ? ਦਾਸ ਤਾਂ ਇਹ ਬੇਨਤੀ ਕਰੂਗਾ ਵੀ ਇੱਕ ਸੱਚੇ ਸੁੱਚੇ ਇਨਸਾਨ ਦੀ ਕਰਨੀ ਵਿੱਚੋਂ ਹੀ ਧਰਮ ਆਇਆ। ਚਾਹੇ ਉਹ ਸਾਡੇ ਗੁਰੂ ਸਾਹਿਬ ਹੋਏ, ਚਾਹੇ ਉਹ ਪੀਰ ਫਕੀਰ ਬਲੀ ਔਲੀਏ ਹੋਏ, ਸੰਤ ਹੋਏ, ਜੋ ਵੀ ਹੋਏ, ਤੇ ਚੰਗੇ ਇਨਸਾਨ ਦੀ ਜ਼ਿੰਦਗੀ ਵਿੱਚੋਂ ਹੀ ਧਰਮ ਝਲਕਦਾ ਹੁੰਦਾ। ਆਪਾਂ ਕਹਿੰਦੇ ਹਾਂ ਯਾਰ ਇਹ ਬੰਦਾ ਧਰਮੀ ਹੈ, ਇਹ ਧਰਮੀ ਕਰਮੀ ਇਨਸਾਨ ਹੈ। ਤਾਂ ਕਹਿਣ ਤੋਂ ਭਾਵ ਇਹ ਹੈ ਵੀ ਪਹਿਲਾਂ ਇਨਸਾਨ ਆਇਆ, ਇਨਸਾਨ ਦੇ ਚੰਗੇ ਗੁਣਾਂ ਦਾ ਨਾਮ ਧਰਮੀ ਕਹਿ ਦਿੱਤਾ ਉਹਨੂੰ ਵੀ ਇਹ ਧਰਮੀ ਇਨਸਾਨ ਹੈ। ਤੇ ਧਰਮ ਵੱਡਾ ਜਾਂ ਇਨਸਾਨ ਵੱਡਾ? ਦਾਸ ਤਾਂ ਇਹ ਕਹੇਗਾ ਵੀ ਧਰਮ ਬਗੈਰ ਇਨਸਾਨੀਅਤ ਨਹੀਂ ਆ ਸਕਦੀ, ਤੇ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ। ਇੱਥੇ ਇਹ ਬੇਨਤੀ ਦਾਸ ਦੀ ਹੈ ਨਾ ਜੀ। ਹਾਂ। ਤੇ ਬਾਬਾ ਜੀ ਕਿਸਾਨੀ ਅੰਦੋਲਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਸਾਨੀ ਅੰਦੋਲਨ ਜਿਹੜਾ ਹੈ ਆਪਣੇ ਹੱਕ ਸੱਚ ਦੀਆਂ ਮੰਗਾਂ ਲੈ ਕੇ ਕਿਸਾਨ ਡਟੇ ਹੋਏ ਹੈ, ਮੋਰਚੇ ਲੱਗੇ ਹੋਏ ਹੈ। ਤੇ ਹੱਕ ਸੱਚ ਅਸੀਂ ਇੱਥੇ ਇਹ ਵੀ ਬੇਨਤੀ ਹੈ ਵੀ ਮੰਗਣ ਨਹੀਂ ਰਹੇ, ਸਾਡਾ ਹੱਕ ਹੈ ਜਿਹੜਾ ਉਹ ਅਸੀਂ ਲੈ ਕੇ ਰਹਿਣਾ। ਤੇ ਹੱਕ ਸੱਚ ਤੇ ਖੜਨਾ ਹੀ ਇਨਸਾਨੀਅਤ ਹੈ ਨਾ। ਤੇ ਜੇ ਆਪਾਂ ਇਨਸਾਨੀਅਤ ਨੂੰ ਜਿਉਂਦਾ ਰੱਖਣਾ ਤੇ ਅੱਜ ਤੋਂ ਹੀ ਹੱਕ ਸੱਚ ਦੀ ਆਵਾਜ਼ ਵਿੱਚ ਬੋਲਣ ਲੱਗੀਏ, ਖੜਨ ਲੱਗੀਏ, ਆਪਣੇ ਆਪ ਨੂੰ ਉਹਦੇ ਵਿੱਚ ਡਾ ਦਈਏ, ਹੈ ਨਾ। ਤੇ ਕਿਸਾਨਾਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੈ ਬਹੁਤ ਵਧੀਆ, ਔਰ ਇਹਦਾ ਬਹੁਤ ਵਰਲਡ ਵਾਈਡ ਜਿਹੜਾ ਆ ਪੋਜ਼ੀਟਿਵ ਮੈਸੇਜ ਜਾ ਰਿਹਾ। ਇੱਥੋਂ ਤੱਕ ਵਰਲਡ ਦੇ ਵਿੱਚ ਇਹ ਆਵਾਜ਼ਾਂ ਆਪਾਂ ਸੁਣਦੇ ਹੀ ਹਾਂ ਕਿ
ਵੀ ਜੇ ਕਿਸੇ ਨੇ ਸ਼ਾਂਤਮਈ ਪ੍ਰੋਟੈਸਟ ਕਰਨਾ ਆ ਹੱਕ ਸੱਚ ਦੀ ਖਾਤਰ ਤੇ ਇਹਨਾਂ ਪੰਜਾਬੀਆਂ ਤੋਂ ਸਿੱਖੋ। ਅੱਜ ਵਰਲਡ ਦੇ ਵਿੱਚ ਇਹ ਧਰਤੀ ਦੇ ਸੱਚੇ ਸੁੱਚੇ ਯੋਧਿਆਂ ਨੇ, ਕਿਰਤੀਆਂ ਨੇ, ਚੰਗੇ ਇਨਸਾਨੀਅਤ ਵਾਲੇ ਇਨਸਾਨਾਂ ਨੇ ਇਹ ਆਵਾਜ਼ ਚੱਕ ਲਈ। ਕਦੋਂ ਕ ਤੱਕ ਤੁਸੀਂ ਦਬਾਈ ਜਾਓਗੇ, ਹੈ ਨਾ? ਹੁਣ ਇਹ ਸਪਰਿੰਗ ਵਾਲਾ ਹਾਲ ਹੋ ਚੁੱਕਿਆ ਸੀਗਾ, ਜਿਵੇਂ ਸਪਰਿੰਗ ਨੂੰ ਦਬਾਈ ਚੱਲੀਏ ਨਾ ਤੇ ਉਹ ਫਿਰ ਇੱਕ ਦਿਨ ਉਹਦੀ ਜਿਹੜੀ ਤੜ ਹੁੰਦੀ ਹੈ ਉਹ ਬਣਦੀ ਜਾਂਦੀ ਹੈ, ਠੀਕ ਹੈ ਜੀ। ਤੇ ਫਿਰ ਉਹ ਜਦੋਂ ਕਿਤੇ ਮਾੜਾ ਜਿਹਾ ਵੀ ਹੁੰਦਾ ਨਾ ਫਿਰ ਉਹ ਸਪਰਿੰਗ ਇੱਕਦਮ ਬੜਾ ਉੱਚੀ ਬੁੜਕਦਾ ਹੈ, ਛੱਤ ਨਾਲ ਵੀ ਵੱਜਦਾ ਜਾ ਕੇ, ਠੀਕ ਹੈ। ਇਨਸਾਨੀਅਤ ਨੂੰ, ਹੱਕ ਸੱਚ ਨੂੰ ਦਬਾਇਆ ਜਾ ਰਿਹਾ ਹੈ। ਕੁਝ ਸਾਡੇ ਮੁਲਕਾਂ ਦੇ ਜਿਹੜੇ ਆਗੂ ਹਨ ਉਹਨਾਂ ਨੂੰ ਇਹ ਭਰਮ ਪੈ ਗਿਆ ਵੀ ਅਸੀਂ ਜੀਵਨ ਦਾਤੇ ਇਹਨਾਂ ਦੇ, ਅਸੀਂ ਜਿਵੇਂ ਚਾਹੀਏ ਮਰਜ਼ੀ ਗੇਮ ਘੁਮਾ ਸਕਦੇ ਹਾਂ, ਠੀਕ ਹੈ। ਆਪਦਾ ਘਰ ਨਾ, ਆਪਦਾ ਆਲਣਾ ਪਸ਼ੂ ਪੰਛੀ ਵੀ ਨਹੀਂ ਛੱਡਦੇ, ਇਹ ਤਾਂ ਫਿਰ ਵੀ ਇਨਸਾਨ ਹੈ, ਠੀਕ ਹੈ। ਤੇ ਇਹਨਾਂ ਨੂੰ ਇੰਨਾ ਕੁ ਸਤਾ ਦਿੱਤਾ ਹੁਣ ਗੌਰਮੈਂਟ ਨੇ। ਦੇਖੋ ਸਭ ਤੋਂ ਪਹਿਲਾਂ ਬੇਅਦਬੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਵੀ ਜੋ ਇਹਨਾਂ ਨੂੰ ਇਨਸਾਨ ਬਣਾ ਰਹੀ ਹੈ, ਜਿੱਥੋਂ ਆਵਾਜ਼ ਇਹਨਾਂ ਨੂੰ ਸਾਂਝੀਵਾਲਤਾ ਦੀ ਆ ਰਹੀ ਹੈ, ਉਹ ਗੁਰੂਆਂ ਦੀ ਗੁਰਬਾਣੀ ਨੂੰ ਇਹਨਾਂ ਨੇ ਕਿਸੇ ਸਾਜ਼ਿਸ਼ ਦੇ ਅਧੀਨ ਗਲੀਆਂ ਨਾਲੀਆਂ ਸੜਕਾਂ ਤੇ ਰੋਲਿਆ। ਉਦੋਂ ਜਿੱਦਾਂ ਪਹਿਲੇ ਦਿਨ ਬੇਅਦਬੀ ਹੁੰਦੀ ਹੈ, ਮੈਨੂੰ ਲੱਗਦਾ ਹੈ ਦੁਨੀਆ ਦੇ ਵਰਲਡ ਵਾਈਡ ਇਨਸਾਨੀਅਤ ਦਾ ਉਦੋਂ ਸਿਰ ਨੀਵਾਂ ਹੋ ਗਿਆ, ਠੀਕ ਹੈ। ਕਿ ਅੱਜ ਉਹ ਬੇਦੋਸ਼ਾਂ ਦਾ, ਇਹ ਜਿਹੜੇ ਬੇਦੋਸ਼ਾਂ ਦਾ ਹਾਲ ਇਹ ਕਰ ਰਹੀ ਹੈ ਦੁਨੀਆ ਅੱਜ। ਕਹਿੰਦੇ ਬੇਦੋਸ਼ਾਂ ਨੂੰ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ ਹੈ। ਗੁਰਬਾਣੀ ਨੇ ਅੱਜ ਤੱਕ ਕਿਸੇ ਨੂੰ ਨੁਕਸਾਨ ਥੋੜ੍ਹਾ ਦਿੱਤਾ, ਪਰ ਜਦੋਂ ਗੁਰਬਾਣੀ ਦੇ ਉੱਪਰ ਹੀ ਅਟੈਕ ਹੋਣ ਲੱਗ ਗਏ, ਠੀਕ ਹੈ ਨਾ, ਬਸ ਫਿਰ ਤਾਂ ਇਹ ਕਹਿਰ ਵਾਪਰਨਾ ਹੀ ਹੈ। ਤੇ ਉਹਦੇ ਵਿੱਚ ਕੀ ਹੈ ਵੀ ਜਦੋਂ ਦਬਾਇਆ ਜਾ ਰਿਹਾ ਸਾਨੂੰ, ਤੇ ਉਦੋਂ ਵੀ ਧਰਨੇ ਲੱਗਦੇ ਆ, ਮੋਰਚੇ ਲੱਗਦੇ ਆ, ਉਹਨੂੰ ਫੇਲ ਕੀਤਾ ਜਾਂਦਾ, ਫੇਲ ਕਰਾਇਆ ਜਾਂਦਾ। ਮਤਲਬ ਕਿ ਇਹ ਹਾਕਮਾਂ ਨੂੰ ਇਹ ਭਰਮ ਪੈ ਗਿਆ ਵੀ ਅਸੀਂ ਜੋ ਚਾਹੀਏ ਇੱਥੇ ਆਪਦੀਆਂ ਮਨ ਦੀਆਂ ਮਰਜ਼ੀਆਂ ਕਰ ਸਕਦੇ, ਇੱਥੇ ਕੋਈ ਬੋਲਣ ਵਾਲਾ ਹੈ ਕੋਈ? ਖਿਮਾ ਕਰਿਓ, ਮੈਨੂੰ ਲੱਗਦਾ ਵੀ ਇਹ ਲੀਡਰਾਂ ਨੇ ਤਾਂ ਇਹ ਸਮਝ ਲਿਆ ਵੀ ਇਹ ਜਿਹੜੇ ਲੋਕ ਹੈ ਨਾ, ਇਹ ਜਨਤਾ, ਇਹ ਤਾਂ ਕੀੜੇ ਮਕੌੜੇ ਆ। ਇਹਨਾਂ ਲਈ ਮੈਨੂੰ ਲੱਗਦਾ ਵੀ ਕੀੜੇ ਮਕੌੜੇ ਆ। ਜੇ ਕਿਸੇ ਦੀ ਜਾਨ ਜਾ ਰਹੀ ਹੈ, ਜੇ ਕੋਈ ਔਖਾ ਆ, ਇਹਨਾਂ ਲਈ ਇਹ ਵੀ ਕੀੜੇ ਮਰਦੇ ਆ। ਇਹਨਾਂ ਨੂੰ ਇਹ ਭਰਮ ਪੈ ਗਿਆ, ਇਨਸਾਨੀਅਤ ਖਤਮ ਹੋ ਚੁੱਕੀ ਹੈ। ਹਾਂ, ਤੇ ਦਾਸ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਇੱਕ ਪਾਸੇ ਤੁਸੀਂ ਭਗਵਾਨ ਰਾਮ ਜੀ ਦੇ ਨਾਮ ਤੇ ਅਯੋਧਿਆ ਵਿੱਚ ਰਾਮ ਮੰਦਰ ਦੇ ਨੀਂਹ ਪੱਥਰ ਰੱਖਦੇ ਆ, ਤੇ ਜਿਹੜਾ ਇਹਨਾਂ ਸੰਸਾਰ ਦੇ ਜੀਵ ਜੰਤੂਆਂ ਵਿੱਚ ਰਾਮ ਸਮਾਇਆ ਹੋਇਆ ਵਸਦਾ, ਉਹਨੂੰ, ਉਹਦੇ ਮੰਦਰ ਤੁਸੀਂ ਢਾਹ ਰਹੇ ਹੋ। ਇੱਕ ਪਾਸੇ ਤੁਸੀਂ ਪੱਥਰ ਦੇ ਨੀਹਾਂ ਰੱਖ ਰਹੇ ਹੋ, ਠੀਕ ਹੈ, ਸੰਗਮਰਮਰ ਲਾ ਰਹੇ ਹੋ ਉਸੇ ਰਾਮ ਭਗਵਾਨ ਦੀ ਖੁਸ਼ੀ ਲੈਣ ਲਈ। ਤੇ ਜਿਹੜਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਜਿਹੜਾ ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਕੋਈ ਹੈ ਰਾਮ ਤੋਂ ਬਗੈਰ ਇੱਥੇ? ਤੁਸੀਂ ਹੋ, ਮੈਂ ਹੈ, ਕੋਈ ਜੀਵ ਜੰਤੂ ਹੈ? ਇਹ ਧਰਤ ਆਕਾਸ਼ ਪਤਾਲ ਖੰਡ ਬ੍ਰਹਿਮੰਡ ਹੈ ਭਗਵਾਨ ਤੋਂ ਬਗੈਰ ਇੱਥੇ ਕੁਛ? ਸਭ ਉਹੀ ਤਾਂ ਹੈ, ਬਲਿਹਾਰੀ ਕੁਦਰਤ ਵਸਿਆ। ਤੇ ਉਸ ਰਾਮ ਨੂੰ ਤੁਸੀਂ ਢਾਹ ਰਹੇ ਹੋ। ਮਨ ਮੰਦਰ ਤਨ ਵੇਸ ਕਲੰਦਰ, ਇਹ ਮਨ ਮੰਦਰ ਹੈ ਨਾ ਜਿਹੜਾ, ਇਹ ਹਰੀ ਮੰਦਰ ਹਰ ਜੀਓ ਸਾਜਿਆ। ਤੇ ਇਸ ਹਰ ਮੰਦਰ ਨੂੰ ਤੁਸੀਂ ਢਾਹ ਰਹੇ ਹੋ, ਭਗਵਾਨ ਦੇ ਇਸ ਮੰਦਰ ਨੂੰ, ਤੇ ਉਹ ਮੰਦਰਾਂ ਦੀਆਂ ਨੀਹਾਂ ਰੱਖ ਰਹੇ ਹੋ, ਉਸਾਰੀਆਂ ਕਰਵਾ ਰਹੇ ਹੋ। ਕਦੇ ਭਗਵਾਨ ਖੁਸ਼ ਨਹੀਂ ਹੁੰਦਾ ਇੱਦਾਂ, ਕਦੇ ਉਸ ਭਗਵਾਨ ਰਾਮ ਦੀ ਖੁਸ਼ੀ ਨਹੀਂ ਮਿਲ ਸਕਦੀ, ਠੀਕ ਹੈ। ਜਿਸ ਰਾਜੇ ਦੀ ਪ੍ਰਜਾ, ਕਿਉਂਕਿ ਇਹ ਆਪਾਂ ਕਹਿੰਦੇ ਆ ਨਾ ਸੰਗਤ ਇੱਕ ਵੀ ਵਿਸਵੇ,
ਤੇ ਵਸਦਾ ਹੀ ਇਦਾਂ ਆ ਨਾ ਸਾਰਿਆਂ ਦੇ ਵਿੱਚ। ਧਰਮ ਸਥਾਨਾਂ ਤੋਂ, ਗੁਰੂ ਘਰਾਂ ਚੋਂ, ਮੰਦਰ ਚੋਂ, ਚਰਚ ਚੋਂ, ਮੰਦਰਾਂ ਚੋਂ, ਕਿਤੋਂ ਵੀ ਤੁਸੀਂ ਜਾਂਦੇ ਹੋ, ਇਹੀ ਆਵਾਜ਼ ਆਉਂਦੀ ਹੈ ਨਾ ਵੀ ਘੱਟ ਹੀ ਖੋਜੋ ਭਾਈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਪਰ ਕਹਿੰਦੇ ਗੁਰਮਤੀ ਰੰਗ ਮਾਣ, ਗੁਰੂ ਤੋਂ ਮਤ ਲੈ, ਤੈਨੂੰ ਅੰਦਰ ਦਿਸੂਗਾ। ਠੀਕ ਹੈ। ਤੇ ਜੇ ਸਾਨੂੰ ਅਜੇ ਸਾਹਮਣੇ ਵਾਲਿਆਂ ਦੇ ਵਿੱਚ ਰਾਮ ਦਿਸਿਆ ਹੀ ਨਹੀਂ, ਕਮਾਲ ਦੀ ਗੱਲ ਨਹੀਂ। ਬੰਦੇ ਦੀ ਘੜੀ ਹੋਈ ਬਣਾਈ ਹੋਈ ਪੱਥਰ ਦੀ ਮੂਰਤ ਨੂੰ ਅਸੀਂ ਭਗਵਾਨ ਕਹਿ ਦਿੰਦੇ ਹਾਂ, ਪਰ ਉਸ ਅਕਾਲ ਪੁਰਖ ਭਗਵਾਨ, ਉਸ ਰਾਮ, ਅਸਲ ਰਾਮ ਦੀ ਰਾਮ ਮਈਆ ਜੋ ਰਮਿਆ ਹੋਇਆ, ਉਹਦੀ ਬਣਾਈ ਹੋਈ ਇਹ ਬੰਦਾ ਰੂਪੀ, ਇਨਸਾਨ ਰੂਪੀ ਮੂਰਤ ਨੂੰ ਤੁਸੀਂ ਢਾਹ ਰਹੇ ਹੋ। ਉਹਨਾਂ ਦੇ ਮੂੰਹ ਦੇ ਵਿੱਚੋਂ ਅੰਨ ਖੋਹ ਰਹੇ ਹੋ ਤੇ ਮੂਰਤਾਂ ਦੇ ਉੱਤੇ ਜਾਂ ਤੁਸੀਂ ਕੁਛ ਵੀ ਦੁੱਧ ਪਾ ਰਹੇ ਹੋ ਜਾਂ 100 ਚੀਜ਼ਾਂ ਕਰ ਰਹੇ ਹੋ। ਅਸਲ ਲੋਕ ਜਿਹੜੇ ਹੈਗੇ ਸੜਕਾਂ 'ਤੇ ਰੁਲ ਰਹੇ ਨੇ। ਅੱਛਾ ਬਾਬਾ ਜੀ, ਇੱਕ ਚੀਜ਼ ਦਾ ਮੈਨੂੰ ਹੋਰ ਜ਼ਰੂਰ ਦੱਸਿਓ, 3 ਚੀਜ਼ਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ। ਪਹਿਲਾ ਸੀਗਾ ਨੋਟਬੰਦੀ, ਦੂਜਾ ਸੀ GST, ਤੀਜਾ ਸੀ ਜੰਮੂ ਕਸ਼ਮੀਰ ਦੇ ਵਿੱਚ 370 ਹਟਾਉਣੀ। ਉਸ ਤੋਂ ਬਾਅਦ 3 ਆਰਡੀਨੈਂਸ, ਜਿਹੜੇ ਕਾਨੂੰਨ, ਕਾਲੇ ਕਾਨੂੰਨ, ਜਿਹੜੇ ਕਿਸਾਨਾਂ ਦੇ ਮਾਰੂ ਜਿਹੜੀ ਨੀਤੀ ਨੂੰ ਲੈ ਕੇ ਆਉਣ ਵਾਲੇ ਸੀ। ਕਿਤੇ ਲੱਗਦਾ ਸੀ ਵੀ ਇਹ ਤਿੰਨੇ ਦੇ ਤਿੰਨੇ ਜਿਹੜੇ ਸੀਗੇ ਨਰਿੰਦਰ ਮੋਦੀ ਦੀ ਸਰਕਾਰ ਦਾ ਪਤਨ ਦਾ ਕਾਰਨ ਬਣ ਗਏ। ਜਿਹੜਾ ਦੇਸ਼ ਹੈ ਨਾ, ਇਹ ਐਵੇਂ ਨਹੀਂ ਮਹਾਰਾਜ। ਹੁਣ ਗੱਲ ਸੁਣੋ, ਪੜ੍ਹੇ ਲਿਖੇ ਦੀ ਗੱਲ ਹੈ, ਬਹੁਤ ਵੱਡੀ ਇੱਥੇ ਸੋਚ ਹੈ ਨਾ ਵੀ ਇੱਕ ਬਾਗਡੋਰ ਤੁਸੀਂ ਪੜ੍ਹੇ ਲਿਖੇ ਦੇ ਹੱਥ ਵਿੱਚ ਦਿੱਤੀ ਹੈ। ਉਹਨੇ ਹਰ ਚੀਜ਼ ਬੜੀ ਸਾਇੰਟੀਫਿਕ ਤਰੀਕੇ ਨਾਲ, ਉਹਨੇ ਬੜੀ ਮੈਥਮੈਟਿਕਸ ਕੱਢ ਕੇ ਸਾਰੀ ਖੇਡ ਵਰਤਾਉਣੀ ਆ। ਪਰ ਆਪਣੇ ਮੁਲਕ ਨੂੰ ਅੱਜ ਤੱਕ ਧਰਮ ਦੇ ਨਾਂ 'ਤੇ ਹੀ ਵੰਡਿਆ ਗਿਆ ਤੇ ਮਜ਼ਹਬਾਂ ਦੇ ਨਾਂ 'ਤੇ ਲੜਾ ਕੇ ਵੋਟਾਂ ਇਹਨਾਂ ਨੇ ਇਕੱਠੀਆਂ ਕੀਤੀਆਂ। ਤੇ ਦਾਸ ਤਾਂ ਇਹ ਕਹੇਗਾ ਵੀ ਇੱਕ ਧਰਮ ਦਾ ਇਹ ਇੱਕ ਕੱਟੜਵਾਦੀ ਆਗੂ ਕਹਿ ਸਕਦੇ ਹਾਂ ਇਹਨੂੰ। ਠੀਕ ਹੈ, ਲਾਈਕ RSS ਆਪਾਂ ਕਹਿ ਦਈਏ। ਤੇ ਜਿਹੜੀ ਇਹ ਪਦਵੀ ਸੀ ਨਾ ਮੁਲਕ ਚਲਾਉਣ ਵਾਲੀ, ਇੱਥੇ ਐਪਰੀਸ਼ੀਏਟ ਅੱਜ ਉਹਨਾਂ ਦੀ ਪਿੱਠ ਸੁਣਦੀ ਹੈ ਡਾਕਟਰ ਮਨਮੋਹਨ ਸਿੰਘ ਜੀ। ਠੀਕ ਹੈ, ਸਾਡੇ ਐਕਸ ਪ੍ਰਾਈਮ ਮਿਨਿਸਟਰ। ਉਹ ਖਾਮੋਸ਼ ਰਹਿ ਕੇ ਵੀ ਕਿੰਨਾ ਕੁਝ ਕਰ ਗਏ ਇਸ ਮੁਲਕ ਲਈ। ਕਰਨੀ ਤੇ ਕਥਨੀ 'ਚ ਫਰਕ ਹੈ। ਉਹਨਾਂ ਨੇ ਕਰਨੀ ਕੀਤੀ ਸੀ, ਇਹ ਕਥਨੀ ਵਾਲੇ ਹੈ। ਪਰ ਅੱਜ ਜਿਹੜੀ ਦੁਨੀਆ, ਇਹ ਬਹੁਤ ਪੜ੍ਹ ਲਿਖ ਗਈ, ਗਾਂਹ ਵੱਧ ਗਏ ਹੁਣ ਲੋਕ। ਹੁਣ ਮੀਡੀਆ ਕਰਕੇ ਆਲ ਵਰਲਡ ਦੀ ਜਿਹੜੀ ਖੇਡ ਹੈ ਉਹ ਸਾਰਿਆਂ ਨੂੰ ਸਮਝ ਆਉਂਦੀ ਆ। ਹੁਣ ਲੋਕਾਂ ਨੂੰ, ਜਨਤਾ ਨੂੰ ਮੂਰਖ ਬਣਾਉਣਾ ਬਹੁਤ ਔਖਾ ਹੈ ਤੇ ਨਾ ਹੀ ਲੋਕਾਂ ਨੇ ਮੂਰਖ ਬਣਨਾ ਆ। ਤੋ ਇਸ ਖੇਡ ਦੇ ਵਿੱਚ ਕੀ ਹੈ ਵੀ ਹੁਣ ਜਿਵੇਂ ਤਿੰਨੇ ਇਹ ਨੋਟਬੰਦੀ ਹੋਈ, ਜਾਂ ਮੈਂ ਤਾਂ ਬੇਅਦਬੀਆਂ ਤੋਂ ਸ਼ੁਰੂ ਕਰਦਾ ਹੁੰਦਾ ਵੀ ਜਿਸ ਦਿਨ ਬੇਅਦਬੀਆਂ ਸ਼ੁਰੂ ਹੋ ਗਈਆਂ ਇਸ ਮੁਲਕ ਦੇ ਵਿੱਚ ਤੇ ਸਾਰੀ ਦੁਨੀਆ 'ਤੇ ਹੀ ਭਾਰੀ ਆ ਗਈ ਸਮਝ ਲਓ। ਬਸ ਜਦੋਂ ਉਸ ਵੇਲੇ ਇਨਸਾਨੀਅਤ ਨਹੀਂ ਨਾ ਕੁਛ ਕਰ ਸਕੀ, ਬਸ ਫਿਰ ਤਾਂ ਇਹ ਦਿਨ ਆਉਣੇ ਹੀ ਸੀ ਮਹਾਰਾਜ। ਜਦੋਂ ਤੁਸੀਂ ਕੁੰਡਲੀ ਬਾਰਡਰ 'ਤੇ ਜਾਂਦੇ ਹੋ, ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਕਿਵੇਂ ਦਾ ਵਿਚਾਰ ਸੀਗਾ? ਤੁਸੀਂ ਉਸ ਟਾਈਮ ਜਦੋਂ ਤੁਸੀਂ ਜਾ ਕੇ ਦੇਖਿਆ, ਤੁਹਾਡੇ ਮਨ ਦੇ ਵਿੱਚ ਕੀ, ਪਹਿਲਾ ਵਿਚਾਰ ਤੁਹਾਡੇ ਮਨ 'ਚ ਕੀ ਆਇਆ ਵੀ ਇਹ ਇਸ ਟਾਈਮ ਜਿਹੜੇ ਸਾਡੇ ਕਿਸਾਨ ਨੇ, ਜਿਹੜੇ ਰੋਡਾਂ 'ਤੇ ਬੈਠੇ ਸੀ, ਉਹਨਾਂ ਦੇ ਬਾਰੇ ਤੁਹਾਡਾ ਕੀ ਸੀ ਮਨ ਦੇ ਵਿੱਚ ਉਸ ਟਾਈਮ? ਪਹਿਲੇ ਵਿਚਾਰ ਕੀ ਸੀ? ਜੋਸ਼ ਵੀ ਸੀਗਾ, ਹੋਸ਼ ਵੀ ਸੀਗਾ, ਰੋਹ ਵੀ ਸੀਗਾ, ਤੇ ਕਿਤੇ ਨਾ ਕਿਤੇ ਦਰਦ ਸੀਗਾ ਵੀ ਸਾਰੀ ਦੁਨੀਆ ਨੂੰ ਇੱਕ ਮਿਹਨਤ ਕਰਕੇ ਪੈਦਾ ਕਰਕੇ ਅੰਨ ਪਹੁੰਚਾਉਣ ਵਾਲਾ, ਪੈਦਾ ਕਰਨ ਵਾਲਾ, ਪਰਵਰਿਸ਼ ਕਰਕੇ ਦੇਣ ਵਾਲਾ, ਗਾਂ ਪਾਲ ਪਲੋਸ ਕੇ, ਬੇਸ਼ੱਕ ਉਹ ਫਰੀ ਨਹੀਂ ਹੈ ਮੰਨ ਲਓ, ਪਰ ਫਿਰ ਵੀ ਅੰਨਦਾਤਾ ਹੈ। ਠੀਕ ਹੈ ਜੀ, ਜਿਹੜੀ ਚੀਜ਼ ਜਿਹਨੇ ਪੈਦਾ ਕੀਤੀ, ਬਣਾਈ, ਉਹਦੀ ਪਰਵਰਿਸ਼ ਕੀਤੀ। ਤੇ ਇਸ ਦੁਨੀਆ ਦੀ ਇਹ ਬਹੁਤ ਵੱਡੀ ਤਰਾਸਦੀ ਹੈ। ਤੇ ਦਾਸ ਤਾਂ ਓਪਨ ਮਾਈਂਡ ਨਾਲ ਕਹਿ ਰਿਹਾ ਵੀ ਜਿੰਨੇ ਵੀ ਮੁਲਕ ਹੈ, ਜਿੰਨੇ ਮੁਲਕਾਂ ਦੇ
ਰਾਸ਼ਟਰਪਤੀ है प्राइम मिनिस्टर है वो खुल के हमायत करन किसान अंदोलन की। जिहड़े अजे भी रह गए ना वो भी चाहण ते वो अगे आउण। ਜਿਹੜੇ ਖਾਲਸਾ ਏਡ ਦੇ ਰਵੀ ਸਿੰਘ ਆ ਉਹਨਾਂ ਨੂੰ ਅੱਤਵਾਦੀ ਕਹਿ ਦੇਣਾ, ਠੀਕ ਹੈ ਜੀ, ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿ ਦੇਣਾ, ਇਹ ਆਖਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹਾਂ ਵੀ ਅਸੀਂ ਕੋਈ ਚੀਜ਼ਾਂ ਨੂੰ, ਜਿਹੜੇ ਵੀ ਲੋਕ ਸਾਨੂੰ ਲੰਗਰ ਛਕਾ ਰਹੇ ਨੇ, ਤੁਹਾਨੂੰ ਲੱਗਦਾ ਵੀ ਜਿਹੜੇ ਲੋਕ ਕਿਸੇ ਦੇ ਪੇਟ ਪਾਲ ਰਹੇ ਆ, ਕਿਸੇ ਦੀ ਸਿਰ ਦਾ ਛੱਤ ਬਣਾ ਕੇ ਦੇ ਰਿਹਾ, ਉਹ ਅੱਤਵਾਦੀ ਹੋ ਸਕਦੇ ਨੇ? ਜਦੋਂ ਕੋਈ ਹੱਕ ਸੱਚ ਮੰਗਦਾ ਉਦੋਂ ਤੁਸੀਂ ਅੱਤਵਾਦੀ ਕਹਿ ਕੇ ਤੇ ਵੱਖਵਾਦੀ ਕਹਿ ਕੇ ਠੱਪਾ ਲਾ ਦਿੰਦੇ ਹੋ ਨਹੀਂ। ਦੂਜੀ ਰਹੀ ਖਾਲਸਾ ਏਡ ਦੀ बड़ी महान सेवा है, ठीक है, और तीसरी रही खालिस्तान दे मुद्दे दी गल। मेरा ख्याल है भी असी अज तक दुनिया नूं यह दस ही नहीं सके, समझा ही नहीं सके भी खालिस्तानी कौन हुंदा है। खालिस्तानी दा मतलब की है? खालिस्तान खालस तो बनिया ते खालस दा अर्थ की है? प्योर, बिल्कुल शुद्ध, एकदम निर्मल, जिहदे विच रंचक मात्र भी झूठ नहीं है, सच ते निरोल सच ते खड़ा है, जिहड़ा जिन्हें सच दे विच किते कट वड नहीं कीती, ठीक है, वो खालसा है। जिथे मिलावट होई भावें वो शरीर विच होगी ते भावें जमीर च होगी, वो खालस तो बाहर हो गया। समझो, भावें शरीर विच मिलावट हो गई, सच की है जिहो जिहा तैनूं रब ने पैदा कीता, ठीक है, ओहो जिहा रह, मालक दी बनाई ढाउण दा की फायदा। फिर जमीर भी सच ते खड़ा है इंसान, ते हर एक बंदा भावें वो वर्ल्ड वाइड किसी भी मुल्क च रहिंदा है, भावें वो किसी जात धर्म का क्यों ना होवे, जिहड़ा इंसान सच ते चल रहा है, जिहने अपना मार्ग सच दा ते सच्चाई दा चुनिया होया ते उत्ते चल भी रहा, बकायदा पहरा दे रहा है, वो खालिस्तानी है, ठीक है। अज तुसी देखो बाहरले मुल्कां चों भी, यूरोप दे विचों, अमेरिका, कैनेडा, है ना, ते इंग्लैंड वर्गे मुल्कां दे विचों, सऊदीया वर्गे इधर मुल्कां दे विचों हमायत की आवाज़ आ रही है। तो दास तां कहेगा भी खालिस्तान कल्ला एक लिखन मात्र बोर्ड नहीं है, हर एक इंसान खालिस्तानी है, जिहड़ा इंसान सच ते चल रहा है। खालिस्तान का मतलब हुण गुरु साहब की कहंदे, आद सच, जुगाद सच, है भी सच, नानक होसी भी सच। खालसे की नींह तां गुरु नानक साहब ने रखती सी जदों ये सलोक लिख दिता, नानक होसी भी सच। ते गुरु गोबिंद सिंह जी ने की आख्या, राज करेगा खालसा, आकी रहे ना कोई, दुनिया ते सच्चे रह जाणगे, सच रह जूगा, कूड़ निखुटे नानका, ओढ़क सच रही। दुनिया ते सच रहूगा जी। सच नूं अज जिन्ना मर्जी दबाया जा रहा है, मिध्या जा रहा है, ढाया जा रहा है, पर सच सच ही है ना। वो जिवें साहबजादे कहंदे भी उस असी सच ते रहना आ, ठीक है, भी तू जबरी जो तू करना चाहना कर ला, सानू तू मार के भी नहीं मार सकेगा, ठीक है ना, असी मर के भी नहीं मरना, ते तू कदे जिउंदा नहीं रह सकदा। ये धर्म कदे नहीं जिउंदे रह सकते जेड़े कट्टड़पंथियां नाल, कट्टड़पुणियां नाल ते किसे ते जोर जबरी थोपना चाहुंदे आ। ये धर्म तां प्यार दा विषय है, इंसानियत दा विषय है। मजहब नहीं सिखाता आपस में वैर रखना, ठीक है, ये तो सब एक गुलदस्ता है। मार्ग देखो, मंजिल सब दी इक्को ही है। सगल धर्म में श्रेष्ठ धर्म केड़ा है? वो कहंदे हर को नाम जप निर्मल कर्म। बस आपदे कर्म निर्मल। एक पंक्ति च धर्म की परिभाषा है, हर को नाम जप निर्मल कर्म। जिन्हों रब याद है, मौत याद है, वो अधर्मी नहीं होगा, ठीक है। ते धर्म दुनिया का यही है भी चंगा इंसान बन, सच्चाई का पांधी बन, ते
ਪ੍ਰਾਪਤ ਹੋ ਜਾਏਗਾ ਤੈਨੂੰ ਸਭ ਕੁਝ। ਤੇ ਹਰ ਇੱਕ ਇਨਸਾਨ ਸੱਚ ਤੇ ਚੱਲਣ ਵਾਲਾ ਖਾਲਿਸਤਾਨੀ ਹੁੰਦਾ ਹੈ। ਉਹ ਭਾਵੇਂ ਲਿਖਾਵੇ ਨਾ, ਪਰ ਉਹ ਖਾਲਿਸਤਾਨੀ ਹੈ। ਇਹ ਬੰਦਾ ਸੱਚਾ ਸੁੱਚਾ ਹੈ ਯਾਰ, ਇਹ ਕਿੱਥੋਂ ਦਬਣ ਵਾਲਾ ਹੈ। ਠੀਕ ਹੈ ਨਾ। ਤੋ ਪਰ ਇਹ ਜਿਹੜਾ ਹੁਣ ਇਹ ਕਿਉਂਕਿ ਖਾਲਿਸਤਾਨੀ ਸ਼ਬਦ ਨੂੰ ਬਦਨਾਮ ਕੀਤਾ ਹੋਇਆ ਇਹਨਾਂ ਲੋਕਾਂ ਨੇ। ਹਾਲਾਂਕਿ ਸਾਰੀ ਦੁਨੀਆ ਖਾਲਿਸਤਾਨੀ ਹੋਣੀ ਚਾਹੀਦੀ ਹੈ। ਮੇਰੀ ਥਿੰਕਿੰਗ ਮੁਤਾਬਕ ਤਾਂ ਵੀ ਸਾਰੀ ਦੁਨੀਆ ਨੂੰ ਹੀ ਚਾਹੀਦਾ ਇੱਕ ਝੰਡੇ ਥੱਲੇ ਹੀ ਆ ਜਾਣ ਸਾਰੇ, ਵੀ ਇਹ ਧਰਤੀ, ਇਹ ਪਲੈਨਟ ਖਾਲਿਸਤਾਨੀਆਂ ਦਾ ਹੈ। ਭਾਵ ਸੱਚੇ ਸੁੱਚੇ ਇਨਸਾਨ ਰਹਿੰਦੇ ਆ ਇੱਥੇ। ਠੀਕ ਹੈ, ਮਤਲਬ ਸੱਚੇ ਸੁੱਚੇ ਇਨਸਾਨ ਬਣਨਾ ਹੀ ਖਾਲਸਾ। ਤੇ ਖਾਲਸਾ ਏਡ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਖਾਲਸਾ ਏਡ ਨੂੰ ਟਾਰਗੇਟ ਕਰ ਲੈਣਾ ਵੀ ਲੰਗਰ ਇਹ ਜਿਹੜੇ ਲਾ ਰਹੇ ਨੇ ਇਹ ਚੀਜ਼ਾਂ ਨੂੰ, ਇਹ ਤੁਸੀਂ ਇਹਨੂੰ ਕਿਵੇਂ ਡਿਫਾਈਨ ਕਰੋਗੇ? ਦੇਖ ਲਓ ਜੇ ਖਾਲਸਾ ਏਡ ਦੀਆਂ ਸੇਵਾਵਾਂ ਵੇਖ ਕੇ ਇਹਨਾਂ ਨੂੰ ਡਰ ਲੱਗਦਾ ਹੈ। ਮੈਨੂੰ ਤਾਂ ਕਈ ਵਾਰੀ ਐਂ ਲੱਗਣ ਲੱਗ ਜਾਂਦਾ ਹੈ ਵੀ ਜਿਹੜੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਅੱਜ ਇੰਨੀ ਸੱਚਾਈ ਹੈ ਤੇ ਕਿਤੇ ਨਾ ਕਿਤੇ ਉਹ ਇਹਨਾਂ ਸਿੰਘਾਂ ਦਾ ਹੀ ਤਾਂ ਕੰਮ ਨਹੀਂ। ਬਿਲਕੁਲ ਜੀ। ਜਿਨ੍ਹਾਂ ਨੇ ਜਾ ਕੇ ਉਹ ਧਰਮ ਦੀ ਉੱਥੇ ਐਸੀ ਰੂਪ ਰੇਖਾ ਦਿਖਾਈ ਹੈ, ਕਰਨੀ ਕਮਾਈ ਕੀਤੀ ਵੀ ਦੁਨੀਆ ਦਿਖਾਤਾ ਵੀ ਇੱਕ ਸੱਚਾ ਇਨਸਾਨ ਹੈ। ਠੀਕ ਹੈ, ਮਿਹਨਤਾਂ ਕੀਤੀਆਂ ਇਹਨਾਂ ਨੇ, ਕਿਰਤ ਕੀਤੀ ਹੈ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇਖੇ ਭਲਾ ਮਨਾਵੇ। ਉਹ ਤਾਂ ਭਲਾ ਕਰ ਰਹੇ ਆ। ਦਸਵੰਧ ਜੋ ਸਾਰੇ ਜਗਤ ਵਿੱਚੋਂ ਉਹਨਾਂ ਨੂੰ ਮਿਲਦਾ ਹੈ ਤੇ ਉਹ ਦਸਵੰਧ ਦੇ ਵਿੱਚੋਂ ਲੋੜਵੰਦ ਦੀ ਹੈਲਪ ਕਰਦੇ ਆ। ਗਲਤ ਕੀ ਕਰ ਰਹੇ ਆ ਖਾਲਸਾ ਏਡ ਵਾਲੇ? ਜੇ ਤਾਂ ਉਹ ਕੁਝ ਗਲਤ ਕਰ ਰਹੇ ਆ ਨਾ, ਫਿਰ ਤਾਂ ਤੁਸੀਂ ਨਸ਼ਰ ਕਰੋ, ਦੱਸੋ। ਜਦੋਂ ਉਹਨਾਂ ਦੀਆਂ ਸੇਵਾਵਾਂ ਦੇਖ ਕੇ ਐਵੇਂ ਮੱਚੀ ਜਾਂਦੇ ਹੋ, ਈਰਖਾ ਦੇ ਵਿੱਚ ਸੜੀ ਜਾਂਦੇ ਹੋ ਵੀ ਵਾਹ ਬਈ ਖਾਲਸੇ ਦੀ ਪਰਿਭਾਸ਼ਾ ਐਸੀ ਹੁੰਦੀ ਹੈ, ਫਿਰ ਇਹ ਤਾਂ ਸਾੜਾ ਹੀ ਹੈ ਨਾ। ਹਾਂ, ਖਾਲਸਾ ਏਡ ਮਹਾਨ ਹੈ, ਸਿਰ ਝੁਕਦਾ। ਮੈਨੂੰ ਲੱਗਦਾ ਦੁਨੀਆ ਦੀ ਪਹਿਲੀ ਇੱਕ NGO ਹੋਏਗੀ ਖਾਲਸਾ ਏਡ, ਜਿਹੜੀ ਦੁਨੀਆ ਦੀ ਪਹਿਲੀ NGO ਜਿਹੜੀ ਕਿ ਕਿਸੇ ਨੂੰ ਦੇ ਕੇ ਪਛਤਾਉਂਦੀ ਨਹੀਂ, ਜਿਹਨੂੰ ਕਿਸੇ ਨੂੰ ਦੇ ਕੇ ਕਦੀ ਉਹਨੇ ਮੰਗਿਆ ਨਹੀਂ ਆਪਸ ਦੇ ਵਿੱਚ। ਜਦੋਂ ਹੁਣ ਵੀ ਰਵੀ ਸਿੰਘ ਦੀ ਬਿਆਨ ਆਉਂਦਾ ਆ ਵੀ ਸਾਨੂੰ ਕੋਈ ਵੀ ਫੰਡਿੰਗ ਦੀ ਲੋੜ ਨਹੀਂ, ਸਾਡੇ ਕੋਲ ਅਜੇ ਬਹੁਤ ਕੁਛ ਆ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਪਰ ਕਿਤੇ ਨਾ ਕਿਤੇ ਇੱਕ ਗੱਲ ਹੋਰ ਵੀ ਆਉਂਦੀ ਹੈ, ਜਦੋਂ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਦਾ ਧਰਨਾ ਲੱਗਦਾ ਆ, ਉੱਥੇ ਵੀ ਖਾਲਸਾ ਏਡ ਵਾਲਿਆਂ ਦਾ ਲੰਗਰ ਚੱਲਦੇ ਆ, ਉੜੀਸਾ ਦੇ ਵਿੱਚ ਖਾਲਸਾ ਏਡ ਦੇ ਲੰਗਰ ਚੱਲਦੇ ਆ। ਉਸ ਟਾਈਮ ਤਾਂ ਇਹਨਾਂ ਨੂੰ ਅੱਤਵਾਦੀ ਨਹੀਂ ਦਿਖਦੀ, ਪਰ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਆ, ਪੰਜਾਬੀ ਲੋਕਾਂ ਦੀ ਗੱਲ ਆਉਂਦੀ, ਉਦੋਂ ਬੜੀ ਜਲਦੀ ਇਹਨਾਂ ਨੂੰ ਉਹ ਚੀਜ਼ ਦਿਖਦੀ ਆ ਵੀ ਇਹ ਅੱਤਵਾਦੀ ਹੈ ਨਹੀਂ। ਤੇ ਇੱਕ ਬਾਬਾ ਜੀ ਹੋਰ ਵੀ ਜਦੋਂ ਵੀ ਸਿੱਖ ਧਰਮ ਦੀ ਗੱਲ ਆਉਂਦੀ ਆ, ਮਾਫ ਕਰਿਓ ਤੁਹਾਡੀ ਗੱਲ ਵਿਚਾਲੇ, ਦਿਸਦਾ ਇਹਨਾਂ ਨੂੰ ਸਾਰਾ ਕੁਝ ਹੈ, ਸਾਰਾ ਕੁਝ ਦਿਸਦਾ ਸਾਰਾ ਹੈ, ਪਰ ਇੱਕ ਪ੍ਰੋਪੇਗੈਂਡਾ ਹੈ ਬਦਨਾਮ ਕਰਨ ਦੇ। ਇਹ ਬਸ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਪਾੜੀਏ। ਪਰ ਹੁਣ ਮੀਡੀਆ ਬਹੁਤ ਐਡਵਾਂਸ ਹੈ, ਤੁਹਾਡੇ ਵਰਗੇ ਵੀਰ ਜਿਉਂਦੇ ਵਾਸਤੇ ਰਹਿਣ, ਜਿਹੜੇ ਦਿਨ ਰਾਤ ਲੱਗੇ ਹੋਏ ਨੇ, ਸੱਚ ਦਿਖਾ ਰਹੇ ਆ। ਹੁਣ ਨਹੀਂ ਹੋ ਸਕਦਾ ਉਹ ਜਿਹੜਾ ਕੰਮ ਇਹ ਚਾਹੁੰਦੇ ਸੀ। ਬਿਲਕੁਲ ਭਾਈ ਸਾਹਿਬ, ਇੱਕ ਚੀਜ਼ ਹੋਰ, ਜਦੋਂ ਵੀ ਕੋਈ ਵੀ ਮਤਲਬ ਇੱਕ ਰੇਡੀਓ ਦੇ ਉੱਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਬਾਰੇ ਵੀ ਬਿਆਨ ਚੱਲਦੇ ਨੇ, ਕੋਈ ਇੱਕ ਹਰਨੇਕ ਸਿੰਘ ਨੇਕੀ ਜਿਹੜਾ ਕਿ ਇਹਨੂੰ ਇਸ ਚੀਜ਼ ਨੂੰ ਕਰਦੇ ਵੀ ਹਾਂ ਵੀ ਜਿਹੜੇ ਇੱਕ ਸਾਡੇ ਕਿਸਾਨ ਨੇ ਉਹ ਮੋਰਚੇ ਸਹੀ ਨਹੀਂ ਹੈਗੇ, ਇਹ ਇੱਕ ਪ੍ਰੋਪੋਗੰਡੇ ਦੇ ਤੌਰ 'ਤੇ ਚੱਲਦਾ ਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਜਾਣਾ ਚਾਹੀਦਾ ਸੀ ਉੱਥੇ ਕਿ ਨਹੀਂ ਜਾਣਾ ਚਾਹੀਦਾ ਸੀ? ਤੁਹਾਡਾ ਕੀ ਮੰਨਣਾ? ਤੁਸੀਂ ਜਾ ਕੇ ਆਓ, ਤੁਹਾਨੂੰ ਕੋਈ ਡਰ ਪਿਆ ਉੱਥੇ? ਤੁਹਾਨੂੰ ਕੁਛ ਲੱਗਾ ਵੀ ਤੁਹਾਡੇ ਖਿਲਾਫ ਕੋਈ ਲੋਕ ਸੀਗੇ ਜਾਂ ਤੁਹਾਡੀ ਜਾਨ ਦੇ ਉੱਤੇ ਕੋਈ ਆਫਤ ਸੀ ਕਿਸੇ ਚੀਜ਼ ਨੂੰ ਲੈ ਕੇ? ਤਾਂ ਆਖਿਰ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਆਪਣੀ ਸਿਕਿਉਰਿਟੀ ਮੇਨ ਕਿਉਂ ਦਿਖ ਰਹੀ ਸੀ? ਮੇਰਾ ਖਿਆਲ ਹੈ ਵੀ ਇਹ ਵਿਸ਼ਾ ਉਹਨਾਂ ਦਾ ਹੈ, ਪਰ ਫਿਰ ਵੀ ਦਾਸ ਤਾਂ ਇਹੀ ਬੇਨਤੀ ਕਰੂਗਾ ਵੀ ਆਪ ਇਹਨਾਂ ਨੇ ਨਾ ਇੱਕ ਕੀਰਤਨ ਦੇ ਵਿੱਚ, ਕਥਾ ਦੇ ਵਿੱਚ ਬਚਨ ਕੀਤਾ ਹੈ ਵੀ ਕਿਸਾਨੀ ਸੰਘਰਸ਼ ਵਿੱਚ ਜਾਣਾ ਸਭ ਦੀ ਹੁਣ ਮਜਬੂਰੀ ਹੈ, ਵੀ ਇਹਦੇ ਬਗੈਰ ਸਰਨਾ ਹੀ ਨਹੀਂ। ਤੋ ਇਹਨਾਂ ਨੇ ਵੀ ਹੁਣ ਪਿਛਲੇ ਦਿਨ ਹੀ ਪਤਾ ਲੱਗਿਆ ਯੋਗਦਾਨ ਕਾਫੀ ਦਿੱਤਾ ਹੈ। ਕੁਝ ਪਰਿਵਾਰਾਂ ਨੂੰ 50-50 ਹਜ਼ਾਰ ਰੁਪਈਆ ਵੀ ਇਹਨਾਂ ਨੇ, ਜਿਹੜੇ ਉੱਥੇ ਸ਼ਹੀਦ ਹੋ ਗਏ ਜਾਂ ਜਿਨ੍ਹਾਂ ਦੀਆਂ ਜਾਨਾਂ ਗਈਆਂ। ਤੋ ਇਸ ਕਰਕੇ ਹੁਣ ਤਾਂ ਇਹ ਵੀ ਤੁਰ ਪਏ। ਤੇ ਉਹਨਾਂ ਦੀ ਤਾਂ ਬਾਹਰਲਿਆਂ ਦੀ ਤਾਂ ਤੁਸੀਂ ਜਿਹੜੇ ਨਿਊਜ਼ੀਲੈਂਡ ਵਾਲਿਆਂ ਦੀ ਤਾਂ ਗੱਲ ਹੀ ਨਾ ਕਰੋ। ਠੀਕ ਹੈ, ਉਹ ਤਾਂ ਅਸਲ ਵਿੱਚ ਉਹਨਾਂ ਦੀ ਥਿੰਕਿੰਗ ਐਸੀ ਹੈ ਵੀ ਕੋਈ ਮੁੱਦਾ ਕੋਈ ਨਾ ਕੋਈ ਬਣਾਈ ਰੱਖੋ ਵੀ ਸਾਡੇ ਚੈਨਲ ਚੱਲੀ ਜਾਣ, ਜਿਹੜੇ ਵੀ ਚੀਜ਼ਾਂ ਨੂੰ TRP ਲੈਣ ਦੇ ਮਾਮਲੇ ਦੇ ਵਿੱਚ। ਹਾਂ, ਬਸ ਉਹ ਮੁੱਦਾ ਹੈ, ਹੋਰ ਕੁਛ ਨਹੀਂ। ਨਾ ਉਹ ਇਹ ਨਾ ਸੋਚੋ ਵੀ ਉਹ ਉਹਨਾਂ ਦੇ ਸਕੇ ਹੈ, ਉਹ ਤਾਂ ਆਪਦੇ ਜਿਹੜੇ ਉਹਨਾਂ ਦੇ ਸਪੋਰਟਰ ਉਹਨਾਂ ਨੂੰ ਵੀ ਕਹਿ ਦਿੰਦੇ ਆ ਵੀ ਸਾਡੇ ਬਿਹਾਫ 'ਤੇ ਗੱਲ ਹੀ ਨਾ ਕਰੋ। ਠੀਕ ਹੈ ਨਾ, ਕਿਉਂਕਿ
ਇੱਕ ਨਾ ਬਿਜ਼ਨਸ ਮਾਈਂਡਡ ਬੰਦੇ ਆ ਉਹ। ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਡੇ ਬਾਏ ਡੇ ਜਿਹੜੀਆਂ ਡੇਟਸ ਦਿੰਦੀ ਆ ਵੀ ਅੱਜ ਸਾਡੀ ਪਹਿਲੀ ਦੌਰ ਦੀ ਮੀਟਿੰਗ ਆ, ਦੂਜੇ ਦੌਰ ਦੀ ਮੀਟਿੰਗ ਆ, ਬਾਏ ਡੇ 8 ਮੀਟਿੰਗਾਂ 9 ਮੀਟਿੰਗਾਂ ਹੋ ਜਾਂਦੀਆਂ। ਅੱਜ ਵੀ ਇੱਕ ਮੀਟਿੰਗ ਚੱਲ ਰਹੀ ਹੈ। ਤੁਹਾਨੂੰ ਲੱਗਦਾ ਵੀ ਇਹਦਾ ਇੱਕ ਜਲਦੀ ਸਿੱਟਾ ਇਹਨਾਂ ਨੂੰ ਕੱਢ ਲੈਣਾ ਚਾਹੀਦਾ ਸੀ ਵੀ ਜਿਹੜਾ ਇਹਨਾਂ ਨੇ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਪਾ ਲਿਆ? ਇਸ ਕਿਸਾਨੀ ਘੋਲ ਨੂੰ, ਇਸ ਸੰਘਰਸ਼ ਨੂੰ, ਕਮਾਲ ਦੀ ਗੱਲ ਹੈ ਵੀ ਇਹਨੂੰ ਫੇਲ ਕਰਨ ਦੇ ਹੱਥ ਕੰਡੇ ਹੀ ਹੈ। ਉਹਨੂੰ ਪੋਸਟਪੋਨ ਕਰੀ ਜਾਣਾ, ਗਾਂਹ ਪਾ ਦੇਣਾ ਤਰੀਕ ਨੂੰ, ਗਾਂਹ ਦੀ ਗਾਂਹ ਨੂੰ। ਘੋਲ ਨੂੰ ਕਮਜ਼ੋਰ ਕਰਨ ਦੇ ਤਰੀਕੇ ਆ ਵੀ ਕਿਵੇਂ ਨਾ ਕਿਵੇਂ ਇਹਨਾਂ ਦੇ ਵਿੱਚ ਕਿਸੇ ਨੂੰ ਕੋਈ ਇੰਟਰਫੇਅਰ ਕਰੂਗਾ ਸਾਡੇ ਵੱਲੋਂ ਤੇ ਉਹ ਇਹਨਾਂ ਨੂੰ ਮਤਲਬ ਪਾੜੂਗਾ ਤੇ ਕੁਝ ਨਾ ਕੁਝ ਐਸਾ ਕੋਈ ਘਟਨਾ ਹੋਵੇ ਵੀ ਇਹ ਘੋਲ, ਕਿਉਂਕਿ ਅੱਜ ਵਰਲਡ ਵਾਈਡ ਮੀਡੀਆ ਨਾ ਉਹਦੀ ਨਿਗਾਹ ਫੋਕਸ ਦਿੱਲੀ ਹੈ, ਵਰਲਡ ਵਾਈਡ ਵੀ ਹਿਲਾ ਕੇ ਰੱਖਤਾ ਕਿਸਾਨਾਂ ਨੇ। ਇੱਕ ਵਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ, ਐਨ ਪਤਾ ਲੱਗ ਗਿਆ ਵੀ ਕੀ ਹੈ ਕਿਸਾਨੀ ਸੰਘਰਸ਼, ਔਰ ਪੋਜ਼ਿਟਿਵ ਮੈਸੇਜ ਆ ਰਿਹਾ। ਇਹ ਚੀਜ਼ ਵੱਡੀ ਹੈ ਤੇ ਇਸ ਪੋਜ਼ਿਟਿਵਿਟੀ ਨੂੰ ਨੈਗੇਟਿਵਿਟੀ ਵਿੱਚ ਬਦਲਣ ਲਈ ਇਹ ਸਮਾਂ ਪਾ ਰਹੇ ਆ ਵੀ ਇਹਨੂੰ ਕਿਵੇਂ ਨਾ ਕਿਵੇਂ। ਪਰ ਜਿਹੜਾ ਸੱਚ ਹੁੰਦਾ ਨਾ ਮਾਰੇ, ਉਹ ਆਪਣੇ ਆਪ 'ਚ ਹੀ ਜੇਤੂ ਹੁੰਦਾ। ਠੀਕ ਹੈ ਨਾ, ਇਹ ਸੱਚੇ ਹੈ ਨਾ, ਇਹ ਜਿੱਤੇ ਹੀ ਹੋਏ ਆ, ਇਹ ਜਿੱਤੇ ਹੋਏ ਆਲਰੇਡੀ। ਇਹ ਤਾਂ ਬਾਕੀ ਤਾਂ ਜ਼ੋਰ ਜ਼ੁਲਮ ਹੈ, ਧੱਕੇ ਸਾਈਆਂ ਨਾਲ ਨਹੀਂ ਗੱਲਾਂ ਮਨਵਾਈਆਂ ਜਾ ਸਕਦੀਆਂ। ਠੀਕ ਹੈ, ਕੀ ਹੋ ਜਾਊਗਾ ਜੇ ਮੰਨ ਲਓ ਉਹਨਾਂ ਨੇ ਬਿੱਲ ਰੱਦ ਵੀ ਨਾ ਕੀਤੇ ਜਾਂ ਲਿਖ ਕੇ ਵੀ ਦੇਤਾ ਵੀ ਰੱਦ ਕਰਤੇ, ਕਿਸਾਨ ਭਰਾ ਵਾਪਸ ਆ ਜਾਣਗੇ। ਠੀਕ ਹੈ, ਖੇਤ ਸਾਡੇ, ਜ਼ਮੀਨਾਂ ਸਾਡੀਆਂ, ਅਸੀਂ ਪੈਰ ਪਾਉਣ ਹੀ ਨਹੀਂ ਦੇਣਾ ਕਿਸੇ ਨੂੰ। ਠੀਕ ਹੈ ਨਾ, ਕੁਝ ਨਹੀਂ ਕਰ ਸਕਦੇ, ਧੱਕੇ ਨਾਲ ਕੀ ਕਰ ਲੈਣਗੇ। ਠੀਕ ਹੈ ਨਾ, ਨਾਲੇ ਜੱਟ ਦਾ ਤੇ ਜ਼ਮੀਨ ਦਾ ਤਾਂ ਕਹਿੰਦੇ ਗੂੜਾ ਰਿਸ਼ਤਾ। ਠੀਕ ਹੈ ਨਾ, ਤੇ ਜੱਟ ਤਾਂ ਵੱਟ ਪਿੱਛੇ ਤੁਹਾਨੂੰ ਪਤਾ ਹੈ ਨਾ। ਹਾਂ, ਤੇ ਇਹ ਜ਼ਮੀਨ ਕਿੱਥੋਂ ਛੱਡਦੇ ਆ ਜੀ? ਇਹ ਅਸੰਭਵ ਹੈ, ਨਾਮੁਮਕਿਨ ਹੈ। ਇਹ ਗਲਤ ਹੱਥ ਪਾ ਲਿਆ ਹੈ ਜੀ। ਹਾਂ ਭਾਈ, ਧਰਮ ਦੇ ਬਾਰੇ ਥੋੜ੍ਹਾ ਜਿਹਾ ਅਸੀਂ ਇੱਕ ਜ਼ਰੂਰ ਤੁਹਾਡੇ ਨਾਲ ਸਵਾਲ ਕਰਾਂਗੇ। ਕੁਛ ਲੋਕ, ਕੁਛ ਇੱਕ ਕਹਿ ਲਓ ਜੀ ਇੱਕ ਅਰਾਜਕਤਾ ਫੈਲਾਉਣ ਵਾਲੇ ਜਿਹੜੇ ਲੋਕ ਨੇ, ਕੁਛ ਧਰਮ ਨੂੰ ਖਰਾਬ ਕਰਨ ਵਾਲੇ ਕੁਛ ਲੋਕ ਨੇ। ਇੱਕ ਅਠੌਲੇ ਦੇ ਵਿੱਚ ਜਿਹੜਾ ਕਾਫੀ ਇੱਕ ਵੀਡੀਓ ਵਾਇਰਲ ਹੁੰਦੀਆਂ ਨੇ ਜਿੱਥੇ ਇੱਕ ਬਾਬਾ ਜੀ ਜਿਹੜੇ ਲੋਕਾਂ ਤੋਂ ਪਾਠ ਕਰਵਾਉਂਦੇ ਤੇ ਉਹਨਾਂ ਦੇ ਕਰਜ਼ੇ ਮਾਫ਼ ਕਰਾਉਣ ਤੱਕ ਦੀਆਂ ਗੱਲਾਂ ਕਰਦੇ ਆ। ਪੈਸਾ ਦਾਨ ਉਹਨਾਂ ਨੂੰ ਦਿੰਦੇ ਆ ਤੇ ਉਹ 2-2 ਲੱਖ ਰੁਪਇਆ ਵਾਪਸ ਕਰਦੇ ਆ, 3-3 ਲੱਖ ਰੁਪਇਆ ਵਾਪਸ ਕਰਦੇ ਆ। ਅੱਜ ਆਪਣੀ ਘੜੀ ਦੇ ਵਿੱਚੋਂ ਉਹ ਬਾਬਾ ਫਰਾਰ ਹੋ ਜਾਂਦਾ ਆ। ਇਹ ਆਖਰ ਹੈ ਕੀ, ਚੱਕਰ ਕੀ ਆ ਵੀ ਇਹ ਚੀਜ਼ਾਂ ਨੂੰ ਗੁੰਮਰਾਹ ਕਿਉਂ ਕੀਤਾ ਜਾਂਦਾ? ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨਾ ਸੌਖਾ ਆ, ਤਾਂ ਕਰਕੇ ਲੋਕ ਗੁੰਮਰਾਹ ਹੋ ਜਾਂਦੇ। ਅਸਲ ਚੱਕਰ ਕੀ ਆ ਇਸ ਚੀਜ਼ ਦਾ? ਬਿਲਕੁਲ, ਇਹ ਵੀ ਗੱਲ ਠੀਕ ਹੈ ਵੀ ਇੱਕ ਜਿਵੇਂ ਭੇਖ ਦੇ ਵਿੱਚ ਲੋਕੀ ਜ਼ਿਆਦਾ ਅਟਰੈਕਟਿਵ ਹੁੰਦੇ ਆ ਨਾ, ਕੋਈ ਵੀ ਹੈ। ਹੁਣ ਐਕਟਰਨੀਆਂ ਦੇ ਉਹੋ ਜਿਹੇ ਭੇਖ ਹੁੰਦੇ ਆ, ਇੱਕ ਬਿਜ਼ਨਸਮੈਨ ਦੇ ਉਹੋ ਜਿਹਾ ਹੁੰਦਾ, ਵਕੀਲ ਦਾ ਅੱਡ ਹੁੰਦਾ ਪਹਿਰਾਵਾ, ਜੱਜ ਦਾ ਹੋਰ ਹੁੰਦਾ, ਡਾਕਟਰਸ ਦਾ ਹੋਰ ਹੁੰਦਾ। ਇਸੇ ਤਰ੍ਹਾਂ ਜਿਹੜੇ ਇਹ ਮਹਿਕਮਾ ਆ ਇੱਧਰ ਹੈ, ਇਹਨਾਂ ਦਾ ਹੋਰ ਹੈ। ਅਤੇ ਲੋਕਾਂ ਦਾ ਸ਼ੁਰੂ ਤੋਂ ਅਕੀਦਾ ਬਣਿਆ ਹੀ ਹੈ ਧਰਮ ਦੇ ਉੱਪਰ। ਪਰ ਬਹੁਤ ਮਾੜੀ ਗੱਲ ਹੈ ਜੇ ਤੁਸੀਂ ਕਿਸੇ ਨਾਲ ਠੱਗੀ ਕਰਦੇ ਹੋ, ਫਰੋਡ ਕਰਦੇ ਹੋ, ਹੈ ਨਾ। ਉਹ ਵੀ ਇੱਕ ਧਰਮ ਨੂੰ ਫਿਰ ਬਦਨਾਮ ਹੁੰਦਾ ਹੈ ਨਾ। ਇਹ ਬਾਣਾ ਬਦਨਾਮ ਹੋ ਜਾਊਗਾ, ਫਿਰ ਇਹਦਾ ਕੋਈ ਫਾਇਦਾ ਨਹੀਂ ਹੈਗਾ ਨਾ। ਹੁਣ ਤੱਕ ਆਪਾਂ ਇਹਦਾ ਬਾਣਾ ਪਾ ਕੇ ਖਾਧਾ, ਹੰਢਾਇਆ, ਪਹਿਨਿਆ, ਅਤੇ ਹੁਣ ਅਸੀਂ ਇਸ ਬਾਣੇ ਨੂੰ ਬਦਨਾਮ ਕਰ ਦਈਏ। ਯਾਰ ਇਹ ਮੇਰਾ ਖਿਆਲ ਹੈ ਇਦੋਂ ਵੱਡੀ ਅਕਿਰਤਘਣਤਾ ਕੀ ਹੋ ਸਕਦੀ ਹੈ? ਇਹ ਅਕਿਰਤਘਣ ਬੰਦਿਆਂ ਦਾ ਕੰਮ ਹੁੰਦਾ ਹੈ, ਜਿਹਦਾ ਖਾ ਕੇ, ਹੰਢਾ ਕੇ ਅਤੇ ਸੁੱਖ ਆਰਾਮ ਭੋਗ ਕੇ, ਵਾਹ ਕਰਾ ਕੇ, ਆਪਦਾ ਪੈਸਾ ਜਮ੍ਹਾਂ ਕਰਕੇ, ਸਭ ਕੁਛ ਕਰਕੇ ਅੱਜ ਤੁਸੀਂ ਉਸ ਬਾਣੇ ਨੂੰ ਬਦਨਾਮ ਕਰ ਰਹੇ ਹੋ। ਨਹੀਂ, ਇਹ ਬਹੁਤ ਗਲਤ ਹੈ, ਇਨਸਾਨੀਅਤ ਤੋਂ ਵੀ ਗਿਰੀ ਹੋਈ ਗੱਲ ਹੈ ਨਾ।